6ਵੇਂ ਹਫ਼ਤੇ ਦੇ ਚੌਥੇ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਪਾਰਟੀਕਲਸ ਦੇ ਵੱਖੋ ਵੱਖਰੇ ਸੰਗ੍ਰਹਿ ਨੂੰ ਦੇਖਿਆ ਜੋ ਇੱਕ ਦੂਜੇ ਨਾਲ ਜੁੜੇ ਹੋਏ ਸਨ, ਅਤੇ ਫਿਰ ਅਸੀਂ ਲਿਮਿਟ ਲਈ ਕਿ ਪਾਰਟੀਕਲਸ ਵਿਚਕਾਰ ਦੂਰੀ 0 ਹੋ ਜਾਂਦੀ ਹੈ। ਇਸ ਲਈ ਉਹ ਇਕੱਠੇ ਇੱਕ ਦੂਜੇ ਦੇ ਨੇੜੇ ਆਉਂਦੇ ਹਨ ਅਤੇ ਇੱਕ ਕੰਟੀਨਿਊਅਮ ਬਣਾਉਂਦੇ ਹਨ। ਜਿਸ ਸਥਿਤੀ ਵਿੱਚ ਇਹ ਇੱਕ ਸਟਰਿੰਗ ਦੀ ਤਰ੍ਹਾਂ ਬਣ ਜਾਂਦਾ ਹੈ ਤਾਂ ਅਸੀਂ ਇੱਕ ਸਟਰਿੰਗ ਦੇ ਨੋਰਮਲ ਮੋਡ ਓਸੀਲੇਸ਼ਨਸ ਨੂੰ ਦੇਖਿਆ। ਇਸ ਲਈ ਇੱਥੇ ਟਾਈਟਲ ਦਰਸਾਉਂਦਾ ਹੈ ਕਿ ਇਹ ਪੀਰੀਆਡਿਕ ਸਟਰਕਚਰ ਵਿੱਚ ਟਰਾਂਸਵਰਸ ਵੇਵਜ਼ ਦੇ ਬਾਰੇ ਹੈ। ਤਾਂ ਤੁਸੀਂ ਸੋਚ ਸਕਦੇ ਹੋ ਕਿ ਇਹਨਾਂ ਵਿੱਚੋਂ ਹਰ ਇੱਕ ਰੈੱਡ ਡਾਟ ਸ਼ਾਇਦ ਇੱਕ ਐਟਮ ਹੋ ਸਕਦਾ ਹੈ ਅਤੇ ਉਹਨਾਂ ਵਿਚਕਾਰ ਦੀ ਦੂਰੀ ਬਰਾਬਰ ਹੈ। ਕੋਈ ਇਹਨਾਂ ਵਿਚਕਾਰ ਦੀ ਦੂਰੀ ਨੂੰ a ਦੇ ਰੂਪ ਵਿੱਚ ਸੋਚ ਸਕਦਾ ਹੈ ਅਤੇ ਹਰ ਇੱਕ ਨੂੰ ਸਮੇਂ-ਸਮੇਂ ਤੇ ਇੱਕ ਕਿਸਮ ਦੀ ਲੈਟਿਸ ਵਿੱਚ ਰੱਖਿਆ ਜਾਂਦਾ ਹੈ। ਅਤੇ ਅਸੀਂ ਇਹ ਦੇਖਣ ਜਾ ਰਹੇ ਹਾਂ ਕਿ ਇਸ ਤਰ੍ਹਾਂ ਦੇ ਸਿਸਟਮ ਵਿੱਚ ਟਰਾਂਸਵਰਸ ਵੇਵਜ਼ ਦਾ ਕੀ ਹੁੰਦਾ ਹੈ। ਇੱਥੇ ਕੋਈ ਸਟ੍ਰਿੰਗਸ ਨਹੀਂ ਹਨ, ਇਹ ਅਸਲ ਵਿੱਚ ਐਟਮਸ ਜਾਂ ਆਇਨਸ ਹਨ। ਇਸ ਲਈ ਟੈਂਸ਼ਨ ਦੀ ਬਜਾਏ ਸਾਡੇ ਕੋਲ ਇੱਥੇ ਜੋ ਹਨ ਉਹ ਇਹਨਾਂ ਐਟਮਸ ਵਿਚਕਾਰ ਫੋਰਸਜ਼ ਹਨ ਜੋ ਰੀਸਟੋਰਿੰਗ ਫੋਰਸ ਪ੍ਰਦਾਨ ਕਰਦੇ ਹਨ। ਇਸ ਲਈ ਦੂਜੇ ਸ਼ਬਦਾਂ ਵਿੱਚ ਸਟਿਫਨੈਸ ਕੋਨਸਟੈਂਟ ਅਸਲ ਵਿੱਚ ਇਹਨਾਂ ਐਟਮਸ ਜਾਂ ਆਇਨਸ ਵਿਚਕਾਰ ਫੋਰਸਜ਼ ਤੋਂ ਪੈਦਾ ਹੁੰਦਾ ਹੈ। ਤਾਂ ਤੁਸੀਂ ਕਹਿ ਸਕਦੇ ਹੋ ਕਿ T/A ਵਰਗੀ ਕੁਆਂਟਿਟੀ, ਜਿੱਥੇ ਹੁਣ T ਟੈਂਸ਼ਨ ਨੂੰ ਨਹੀਂ ਦਰਸਾਉਂਦਾ ਪਰ ਇਹਨਾਂ ਐਟਮਸ ਵਿਚਕਾਰ ਫੋਰਸ ਜੋ ਇਸ ਪ੍ਰੋਬਲਮ ਦੇ ਲਈ ਇੱਕ ਸਟਿਫਨੈਸ ਕੋਨਸਟੈਂਟ ਵਰਗਾ ਕੁਝ ਦਰਸਾਉਂਦੀ ਹੈ। ਇਸ ਲਈ ਮੈਂ ਇਹਨਾਂ ਲਾਲ ਰੰਗ ਦੇ ਡਾਟਸ ਦੇ ਵਿਚਕਾਰ ਰੇਖਾਵਾਂ ਨਹੀਂ ਡਰਾ ਕੀਤੀਆਂ ਹਨ ਜੋ ਤੁਸੀਂ ਇੱਥੇ ਦੇਖ ਰਹੇ ਹੋ, ਅਤੇ ਇਹ ਇਸ ਅਰਥ ਵਿੱਚ ਇੱਕ ਫਾਈਨਾਈਟ ਕ੍ਰਿਸਟਲ ਹੋਣ ਜਾ ਰਿਹਾ ਹੈ ਕਿ ਇਹ ਸੀਮਾ ਵਿੱਚ ਇਨਫਾਈਨਾਈਟ ਨਹੀਂ ਹੈ। ਇਸ ਲਈ ਇਹ ਕਿਤੇ ਨਾ ਕਿਤੇ ਰੁਕ ਜਾਵੇਗਾ ਅਤੇ ਇੱਥੇ ਅਸੀਂ ਵੇਵ ਇਕੁਏਸ਼ਨ ਨਹੀਂ ਲੈ ਸਕਦੇ, ਕਿਉਂਕਿ ਸਾਡਾ ਸਿਸਟਮ ਸਪਸ਼ਟ ਤੌਰ ਤੇ ਡਿਸਕ੍ਰੀਟ ਹੈ। ਇਸ ਵਿੱਚ ਐਟਮਸ ਦਾ ਇਹ ਡਿਸਕ੍ਰੀਟ ਸੈੱਟ ਹੈ। ਅਸੀਂ ਇੱਥੇ ਕੰਟੀਨਿਊਅਮ ਲਿਮਿਟ ਨਹੀਂ ਲੈ ਸਕਦੇ। ਇਸ ਲਈ ਅਸੀਂ ਉਸ ਡਿਸਕ੍ਰੀਟ ਵਰਜਨ ਨਾਲ ਕੰਮ ਕਰਾਂਗੇ ਜੋ ਅਸੀਂ ਪਹਿਲਾਂ ਦੇਖਿਆ ਸੀ। ਤਾਂ ਮੈਂ ਪਹਿਲਾਂ ਉਸ ਇਕੁਏਸ਼ਨ ਨੂੰ ਦੁਬਾਰਾ ਲਿਖ ਕੇ ਸ਼ੁਰੂ ਕਰਦਾ ਹਾਂ। ਤਾਂ m ਐਟਮ ਦਾ ਪੁੰਜ ਹੈ ਅਤੇ y ਅਸਲ ਵਿੱਚ ਡਿਸਪਲੇਸਮੈਂਟ ਹੈ। ਇਹ ਟਾਈਮ ਅਤੇ ਪੋਜੀਸ਼ਨ ਦੋਵਾਂ ਤੇ ਨਿਰਭਰ ਕਰਦਾ ਹੈ। ਪੋਜੀਸ਼ਨ ਇੱਕ ਕੰਟੀਨਿਊਅਮ ਨਹੀਂ ਹੈ, ਇਸ ਨੂੰ ਇਸ ਕੁਆਂਟਿਟੀ r ਦੁਆਰਾ ਸੂਚੀਬੱਧ ਕੀਤਾ ਗਿਆ ਹੈ। ਇਸ ਲਈ ਇਹ ਤੁਹਾਨੂੰ ਲਾਈਨ ਦੇ ਨਾਲ ਪੋਜੀਸ਼ਨ ਦੱਸਦਾ ਹੈ। ਤਾਂ ਉਦਾਹਰਨ ਲਈ r ਦਾ ਅਰਥ ਐਟਮ ਹੋਵੇਗਾ। ਮੈਂ ਇਹ ਮੰਨ ਲੈਂਦਾ ਹਾਂ ਕਿ y ਡਿਸਪਲੇਸਮੈਂਟ ਜੋ ਪੋਜੀਸ਼ਨ ਅਤੇ t ਦਾ ਇੱਕ ਫੰਕਸ਼ਨ ਹੈ, ਇਹ r ਇਨਟੂ e ਪਾਵਰ i ਓਮੇਗਾ t ਮਾਈਨਸ kx ਹੈ। ਪਰ ਇੱਥੇ x ਡਿਸਕ੍ਰੀਟ ਹੈ, ਤਾਂ ਮੈਂ ਉਹ ਜਾਣਕਾਰੀ ਵੀ ਲਿਖਦਾ ਹਾਂ। ਇਸ ਲਈ ਇਹ r e ਪਾਵਰ i ਇਨਟੂ ਓਮੇਗਾ t ਮਾਈਨਸ k ਇਨਟੂ r a। ਇਸ ਲਈ ਮੈਂ ਕਿਹਾ ਹੈ ਕਿ x ਜੋ ਇੱਕ ਕੰਟੀਨਿਊਅਸ ਪੋਜੀਸ਼ਨ ਹੋ ਸਕਦੀ ਹੈ ਉਹ r ਇਨਟੂ a ਹੈ। ਇਹ ਦਰਅਸਲ ਦੋ ਸਕਸੈਸਿਵ ਐਟਮਸ ਦੇ ਵਿਚਕਾਰ ਦੀ ਦੂਰੀ ਹੈ। ਇਸ ਲਈ ਹੁਣ ਸਾਨੂੰ ਸਿਰਫ ਸੈਕਿੰਡ ਡੈਰੀਵੇਟਿਵ ਨੂੰ ਕੰਪਿਊਟ ਕਰਨ ਦੀ ਲੋੜ ਹੈ ਅਤੇ ਇਸ ਨੂੰ ਇੱਥੇ ਸਾਡੀ ਮੋਸ਼ਨ ਦੀ ਇਕੁਏਸ਼ਨ ਵਿੱਚ ਜੋੜਨਾ ਹੈ। ਤਾਂ ਮੇਰੇ ਕੋਲ ਇਹ y ਡਾਟ ਅਤੇ y ਡਬਲ ਡਾਟ ਹੈ। ਜੇਕਰ ਮੈਂ ਇਸ ਨੂੰ ਆਪਣੀ ਮੋਸ਼ਨ ਦੀ ਇਕੁਏਸ਼ਨ ਵਿੱਚ ਜੋੜਦਾ ਹਾਂ ਤਾਂ ਮੈਨੂੰ ਇਹ ਪ੍ਰਾਪਤ ਹੋਵੇਗਾ ਅਤੇ ਨਿਸ਼ਚਿਤ ਤੌਰ ਤੇ ਕੁੱਲ ਮਿਲਾ ਕੇ T/m ਇਹ ਹੈ। ਤਾਂ ਇਹ ਹੁਣ ਕਾਫੀ ਸਰਲ ਹੋ ਜਾਵੇਗਾ। ਮੈਂ ਟਰਮਜ਼ ਨੂੰ ਕੈਂਸਲ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਾਂਗਾ। ਮੈਨੂੰ ਮਾਈਨਸ ਓਮੇਗਾ ਸਕੁਏਅਰ ਇਕੁਅਲ ਟੂ T/ma ਮਿਲੇਗਾ। ਇਸ ਲਈ ਇੱਥੇ ਮੈਨੂੰ e ਪਾਵਰ ਮਾਈਨਸ i k ਪਲੱਸ e ਪਾਵਰ i k ਮਾਈਨਸ 2 ਮਿਲੇਗਾ। ਅਤੇ ਇਹ ਦੇਖਣਾ ਆਸਾਨ ਹੈ ਕਿ ਜਿੱਥੋਂ ਤੱਕ ਇਸ ਬ੍ਰੈਕਟ ਦੇ ਅੰਦਰ ਦੀ ਕੁਆਂਟਿਟੀ ਦਾ ਸੰਬੰਧ ਹੈ, ਇਸ ਸਾਰੇ ਨੂੰ ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ। ਅਤੇ ਜੇਕਰ ਤੁਹਾਡੇ ਕੋਲ ਇੱਕ ਸਟਰਕਚਰ ਹੈ ਜਿਵੇਂ ਕਿ e ਪਾਵਰ ਮਾਈਨਸ i k a ਬਾਏ 2 ਮਾਈਨਸ e ਪਾਵਰ ਮਾਈਨਸ i k a ਬਾਏ 2, ਤਾਂ ਸਪਸ਼ਟ ਤੌਰ ਤੇ ਤੁਸੀਂ ਇਸ ਨੂੰ ਸਾਈਨ ਫੰਕਸ਼ਨ ਦੇ ਰੂਪ ਵਿੱਚ ਲਿਖ ਸਕਦੇ ਹੋ।
ਬਸ਼ਰਤੇ ਕਿ ਮੈਂ ਇਸ ਤਰ੍ਹਾਂ ਦੀ ਕਿਸੇ ਕੁਆਂਟੀਟੀ ਨਾਲ ਮਲਟੀਪਲਾਈ ਅਤੇ ਡਿਵਾਈਡ ਕਰਦਾ ਹਾਂ। ਇਸ ਲਈ ਹੁਣ ਸਾਡੇ ਕੋਲ ਉਹ ਸਭ ਕੁਝ ਹੈ ਜੋ ਸਾਨੂੰ ਚਾਹੀਦਾ ਹੈ। ਮਾਈਨਸ ਓਮੇਗਾ ਸਕੁਏਅਰ ਇਕੁਅਲ ਟੂ T ਬਾਏ M ਇਹ ਹੈ। ਅਤੇ ਇਹ 4i ਸਕੁਏਅਰ ਦੇ ਨਾਲ ਇਸ ਬ੍ਰੈਕਟ ਦੇ ਅੰਦਰ ਦੀ ਕੁਆਂਟੀਟੀ ਹੈ ਜੋ ਸਾਈਨ ਫੰਕਸ਼ਨ ਹੋਵੇਗਾ। ਇਸ ਲਈ ਮੈਨੂੰ ਸਾਈਨ ਸਕੁਏਅਰ ਆਫ Ka ਬਾਏ 2 ਮਲਟੀਪਲਾਈਡ ਬਾਏ 4i ਸਕੁਏਅਰ ਪ੍ਰਾਪਤ ਹੋਵੇਗਾ। i ਸਕੁਏਅਰ ਮਾਈਨਸ 1 ਹੈ ਅਤੇ ਖੱਬੇ ਪਾਸੇ ਇਸ i ਮਾਈਨਸ 1 ਨਾਲ ਕੈਂਸਲ ਹੋ ਜਾਵੇਗਾ। ਫਾਈਨਲ ਨੋਰਮਲ ਮੋਡ ਫ੍ਰੀਕੁਐਂਸੀਜ਼ 4t ਬਾਏ Ma ਇਨਟੂ ਸਾਈਨ ਸਕੁਏਅਰ Ka ਬਾਏ 2 ਹੋ ਜਾਵੇਗੀ। ਤਾਂ ਇਹ ਨੋਰਮਲ ਮੋਡ ਫ੍ਰੀਕੁਐਂਸੀਜ਼ ਹਨ ਜਿਨ੍ਹਾਂ ਦੀ ਸਾਨੂੰ ਇਸ ਪ੍ਰੋਬਲਮ ਲਈ ਜ਼ਰੂਰਤ ਹੁੰਦੀ ਹੈ। ਇਸ ਲਈ ਹੁਣ, ਜੇਕਰ ਤੁਸੀਂ ਯਾਦ ਕਰੋ, ਅਸੀਂ ਪਹਿਲਾਂ ਹੀ ਇੱਕ ਸਿਮਿਲਰ ਕੇਸ ਲਈ ਨੋਰਮਲ ਮੋਡ ਫ੍ਰੀਕੁਐਂਸੀਜ਼ ਲਈ ਇੱਕ ਇਕੁਏਸ਼ਨ ਪ੍ਰਾਪਤ ਕਰ ਚੁੱਕੇ ਹਾਂ। ਉਹਨਾਂ ਪਾਰਟੀਕਲਸ ਦੇ ਕੇਸ ਲਈ ਜੋ ਸਪਰਿੰਗ ਦੁਆਰਾ ਜੁੜੇ ਹੁੰਦੇ ਹਨ ਅਤੇ ਪਾਰਟੀਕਲਸ ਇੱਕ ਦੂਜੇ ਤੋਂ ਦੂਰ ਹੁੰਦੇ ਹਨ। ਇਸ ਲਈ ਉਸ ਸਥਿਤੀ ਵਿੱਚ ਮੈਨੂੰ ਉਸ ਕੇਸ ਦੇ ਲਈ ਨੋਰਮਲ ਮੋਡ ਫ੍ਰੀਕੁਐਂਸੀਜ਼ ਨੂੰ ਦੁਬਾਰਾ ਲਿਖਣ ਦਿਓ, ਜੋ ਕਿ ਓਮੇਗਾ ਸਕੁਏਅਰ ਬਰਾਬਰ 2t ਬਾਏ Ma ਇਨਟੂ 1 ਮਾਈਨਸ ਕੋਸ j ਪਾਈ ਡਿਵਾਈਡਡ ਬਾਏ n ਪਲੱਸ 1 ਦੇ ਅਨੁਰੂਪ ਹੋਵੇਗਾ, ਜਿੱਥੇ j ਨੋਰਮਲ ਮੋਡ ਦਾ ਇੰਡੈਕਸ ਹੈ ਅਤੇ n ਪਾਰਟੀਕਲਸ ਦੀ ਸੰਖਿਆ ਹੈ। ਇਹ ਦੋ ਇਕੁਏਸ਼ਨਸ A ਅਤੇ A ਇੱਕ ਦੂਜੇ ਨਾਲ ਸਹਿਮਤ ਹੋਣਗੀਆਂ ਬਸ਼ਰਤੇ ਅਸੀਂ ਇਹ ਪਛਾਣ ਕਰੀਏ ਕਿ Ka ਬਾਏ 2 ਇਕੁਅਲ ਟੂ j ਪਾਈ ਡਿਵਾਈਡਡ ਬਾਏ 2 ਇਨਟੂ n ਪਲੱਸ 1 ਹੈ। ਤਾਂ ਅਸੀਂ ਨੋਰਮਲ ਮੋਡ ਫ੍ਰੀਕੁਐਂਸੀਜ਼ ਲਈ ਪ੍ਰਾਪਤ ਇਕੁਏਸ਼ਨ ਦੇ ਦੋ ਸੈਟਾਂ ਦੀ ਤੁਲਨਾ ਕਰ ਰਹੇ ਹਾਂ। ਇੱਕ ਉਸ ਪ੍ਰੋਬਲਮ ਦੇ ਲਈ ਜੋ ਅਸੀਂ ਇਸ ਸਮੇਂ ਕਰ ਰਹੇ ਹਾਂ, ਜੋ ਇੱਕ ਕ੍ਰਿਸਟਲ ਵਿੱਚ ਐਟਮਸ ਦਾ ਸੰਗ੍ਰਹਿ ਹੈ, ਅਤੇ ਦੂਜਾ ਇੱਕ ਸਟਰਿੰਗ ਦੁਆਰਾ ਜੁੜੇ ਪਾਰਟੀਕਲਸ ਦਾ ਸੈਟ ਸੀ। ਹੁਣ ਸਾਡੇ ਕੋਲ ਕੰਡੀਸ਼ਨ ਹੈ ਜਿਸ ਦਾ ਅਸੀਂ ਅੱਗੇ ਜਾਣ ਲਈ ਉਪਯੋਗ ਕਰ ਸਕਦੇ ਹਾਂ। ਅਸੀਂ ਇਹ ਵੀ ਜਾਣਦੇ ਹਾਂ ਕਿ A ਟਾਈਮਸ n ਪਲੱਸ 1, ਇਸ ਲਈ ਇਹ ਮੰਨ ਕੇ ਕਿ ਸਾਡੇ ਕੋਲ ਕ੍ਰਿਸਟਲ ਵਿੱਚ n ਐਟਮ ਹਨ, A ਟਾਈਮਸ n ਪਲੱਸ 1 L ਦੇ ਬਰਾਬਰ ਹੈ, ਜੋ ਕਿ ਕ੍ਰਿਸਟਲ ਦੀ ਕੁੱਲ ਡਾਇਮੈਂਸ਼ਨ ਜਾਂ ਲੰਬਾਈ ਹੈ। ਅਸੀਂ ਇਸ ਕੰਡੀਸ਼ਨ ਦੀ ਵਰਤੋਂ ਕਰਕੇ ਸਿੱਧੇ ਇਸ ਨੂੰ ਇਕੁਏਟ ਕਰ ਸਕਦੇ ਹਾਂ। ਇਸ ਲਈ ਯਾਦ ਰੱਖੋ ਕਿ ਇਹ ਉਹ ਕੰਡੀਸ਼ਨ ਹੈ ਜੋ ਅਸੀਂ ਸਟੈਂਡਿੰਗ ਵੇਵਜ਼ ਦੀ ਮਨਜ਼ੂਰ ਵੇਵਲੈਂਥ ਲਈ ਪਿਛਲੇ ਮੋਡਿਊਲ ਵਿੱਚ ਪ੍ਰਾਪਤ ਕੀਤੀ ਸੀ। ਇੱਥੇ ਮੌਜੂਦਾ ਪ੍ਰੋਬਲਮ ਜੋ ਅਸੀਂ ਕਰ ਰਹੇ ਹਾਂ, ਉਹ n ਐਟਮਸ ਦੇ ਇੱਕ ਸਿਸਟਮ ਦੇ ਬਰਾਬਰ ਹੈ, ਜੋ ਇੱਕ ਲੀਨੀਅਰ ਲੈਟਿਸ ਵਿੱਚ ਵਿਵਸਥਿਤ ਹਨ। ਅਤੇ ਇਸ ਕੇਸ ਵਿੱਚ ਦੋ ਸਿਰਿਆਂ ਤੇ ਦੋ ਦੀਵਾਰਾਂ ਦੀ ਬਜਾਏ ਤੁਹਾਡੇ ਕੋਲ ਸਿਸਟਮ ਟਰਮੀਨੇਟ ਹੋ ਰਿਹਾ ਹੈ ਅਤੇ ਬੇਸ਼ੱਕ ਇਸ ਤੋਂ ਅੱਗੇ ਕੁਝ ਵੀ ਨਹੀਂ ਹੈ। ਇਸ ਲਈ ਤੁਸੀਂ ਉਮੀਦ ਕਰ ਸਕਦੇ ਹੋ ਕਿ ਇਸ ਕੇਸ ਵਿੱਚ ਸਟੈਂਡਿੰਗ ਵੇਵ ਸੈਟ ਕੀਤੀ ਜਾਣੀ ਚਾਹੀਦੀ ਹੈ। ਤਾਂ ਅਸੀਂ ਉਹਨਾਂ ਨਤੀਜਿਆਂ ਦੀ ਵਰਤੋਂ ਕਰ ਸਕਦੇ ਹਾਂ ਜੋ ਸਾਨੂੰ ਸਟੈਂਡਿੰਗ ਵੇਵਜ਼ ਲਈ ਪ੍ਰਾਪਤ ਹੋਏ ਹਨ। ਇਸ ਲਈ ਇੱਥੇ ਇਹ ਨਤੀਜਾ ਮੈਨੂੰ ਦੱਸਦਾ ਹੈ ਕਿ ਲੈਂਬਡਾ n, ਜੋ ਕਿ nth ਮੋਡ ਦੀ ਵੇਵਲੈਂਥ ਹੈ, 2L ਡਿਵਾਈਡਡ ਬਾਏ n ਹੈ। ਇਸ ਲਈ ਮੈਂ ਇਸ ਨਤੀਜੇ ਦੀ ਵਰਤੋਂ ਕਰਨ ਜਾ ਰਿਹਾ ਹਾਂ ਕਿ ਲੈਂਬਡਾ n ਇਕੁਅਲ ਟੂ 2L ਬਾਏ n ਹੈ। ਇਸ ਦਾ ਮਤਲਬ ਇਹ ਹੋਵੇਗਾ ਕਿ ਇਹ ਕੁਆਂਟੀਟੀ, ਜੋ ਕਿ L ਹੈ, ਹੇਠਾਂ ਦਿੱਤੇ ਅਨੁਸਾਰ ਨੋਰਮਲ ਮੋਡਸ ਦੀ ਵੇਵਲੈਂਥ ਨਾਲ ਸੰਬੰਧਿਤ ਹੋ ਸਕਦੀ ਹੈ। ਤਾਂ L ਜੋ ਕਿ ਇਕੁਅਲ ਟੂ A ਇਨਟੂ n ਪਲੱਸ 1 ਹੈ, ਉਹ ਇਕੁਅਲ ਟੂ ਸਮ P ਟਾਈਮਸ ਲੈਂਬਡਾ ਡਿਵਾਈਡਡ ਬਾਏ 2 ਹੋਵੇਗਾ। ਇਸ ਲਈ ਇਹ ਮੈਨੂੰ ਦੱਸਦਾ ਹੈ ਕਿ ਮੇਰੇ ਕੋਲ ਕ੍ਰਿਸਟਲ ਦੀ ਕੁੱਲ ਲੰਬਾਈ ਇੱਕ ਇੰਟੀਜਰ ਟਾਈਮਸ
ਹਾਫ ਵੇਵਲੈਂਥ ਹੋਣੀ ਚਾਹੀਦੀ ਹੈ, ਤਾਂ ਇਹ p ਇੰਟੀਜਰ ਹੈ। ਪਰ ਫਿਰ ਇਹ ਉਹ ਨਤੀਜਾ ਹੈ ਜੋ ਅਸੀਂ ਪਹਿਲਾਂ ਦੇ ਮੋਡਿਊਲ ਵਿੱਚ ਸਟੈਂਡਿੰਗ ਵੇਵਜ਼ ਦੇ ਕੇਸ ਲਈ ਦੇਖ ਚੁੱਕੇ ਹਾਂ। ਇਸ ਲਈ ਨਤੀਜਾ ਆਪਣੇ ਆਪ ਵਿੱਚ ਕੋਈ ਨਵਾਂ ਨਹੀਂ ਹੈ, ਪਰ ਅਸੀਂ ਸਿਰਫ ਉਸੇ ਨਤੀਜੇ ਦੀ ਵਰਤੋਂ ਕਰ ਰਹੇ ਹਾਂ ਜੋ ਕੁੱਲ ਲੰਬਾਈ ਨੂੰ ਹਾਫ ਵੇਵਲੈਂਥ ਦੇ ਇੰਟੀਜਰ ਨੰਬਰ ਨੂੰ ਸਹੀ ਤਰੀਕੇ ਨਾਲ ਸਪੋਰਟ ਕਰਨਾ ਹੈ। ਇਸ ਕੰਡੀਸ਼ਨ ਤੋਂ ਹੀ ਅਸੀਂ ਇਹ ਪਤਾ ਲਗਾ ਸਕਦੇ ਹਾਂ ਕਿ ਸਭ ਤੋਂ ਵੱਡੀ ਅਤੇ ਸਭ ਤੋਂ ਛੋਟੀ ਵੇਵਲੈਂਥ ਕਿਹੜੀ ਹੈ, ਜਿਸ ਨੂੰ ਸਪੋਰਟ ਕੀਤਾ ਜਾਵੇਗਾ। ਉਦਾਹਰਨ ਲਈ, ਮੈਂ ਇਸ ਰਿਲੇਸ਼ਨ ਨੂੰ ਦੁਬਾਰਾ ਲਿਖਦਾ ਹਾਂ ਤਾਂ ਮੇਰੇ ਕੋਲ a into n plus 1 equal to p by 2 into lambda ਹੈ। ਮੈਂ lambda by a ਲਈ ਇੱਕ ਐਕਸਪ੍ਰੈਸ਼ਨ ਲਿਖਦਾ ਹਾਂ, ਤਾਂ lambda by a ਜੋ ਕਿ 2 into n plus 1 divided by p ਹੋਵੇਗਾ। ਇਸ ਲਈ p ਇੱਥੇ ਨਿਸ਼ਚਿਤ ਰੂਪ ਨਾਲ ਮੇਲ ਖਾਂਦਾ ਹੈ। ਇਹ ਇੱਕ ਇੰਟੀਜਰ ਹੈ। ਇਹ ਨੋਰਮਲ ਮੋਡਸ ਦੇ ਇੰਡੈਕਸ ਦੇ ਅਨੁਰੂਪ ਹੈ। ਇਸ ਲਈ n ਬਰਾਬਰ ਇੱਕ ਫੰਡਾਮੈਂਟਲ ਮੋਡ ਦੇ ਅਨੁਰੂਪ ਹੋਵੇਗਾ ਅਤੇ ਇਹ ਊਰਜਾ ਵਿੱਚ ਸਭ ਤੋਂ ਘੱਟ ਹੋਵੇਗਾ। ਅਤੇ ਇਹ ਸਭ ਤੋਂ ਵੱਡੀ ਵੇਵਲੈਂਥ ਨਾਲ ਵੀ ਮੇਲ ਖਾਂਦਾ ਹੈ। ਤਾਂ ਇੱਥੇ ਵੇਵਲੈਂਥ ਵੱਡੀ ਹੋਵੇਗੀ ਜੇਕਰ p ਮਿਨੀਮਮ ਹੈ ਅਤੇ ਮਿਨੀਮਮ p ਜੋ ਤੁਹਾਡੇ ਕੋਲ ਹੋ ਸਕਦਾ ਹੈ ਉਹ 1 ਹੈ, ਜਿਸ ਦਾ ਮਤਲਬ ਹੋਵੇਗਾ ਕਿ ਸਭ ਤੋਂ ਵੱਡੀ ਜਾਂ ਸਭ ਤੋਂ ਲੰਬੀ ਵੇਵਲੈਂਥ ਜੋ ਤੁਸੀਂ ਸੰਭਾਵਿਤ ਤੌਰ ਤੇ ਇਸ ਕ੍ਰਿਸਟਲ ਵਿੱਚ ਸੈਟ ਕਰ ਸਕਦੇ ਹੋ। ਲੈਂਬਡਾ ਬਰਾਬਰ 2 into n plus 1 into a ਦੇ ਅਨੁਰੂਪ ਹੋਵੇਗੀ ਅਤੇ n plus 1 into a ਦਰਅਸਲ ਕ੍ਰਿਸਟਲ ਦੀ ਲੰਬਾਈ ਹੈ ਜੋ ਕਿ 2L ਹੈ। ਇਸ ਲਈ ਸਪਸ਼ਟ ਤੌਰ ਤੇ ਇਹ ਸਭ ਤੋਂ ਲੰਬੀ ਵੇਵਲੈਂਥ ਹੈ ਜਿਸ ਨੂੰ ਤੁਸੀਂ ਸੈਟ ਕਰ ਸਕਦੇ ਹੋ। ਇਸੇ ਤਰ੍ਹਾਂ ਅਸੀਂ ਆਰਗਿਊ ਕਰ ਸਕਦੇ ਹਾਂ ਅਤੇ ਪ੍ਰਾਪਤ ਕਰ ਸਕਦੇ ਹਾਂ ਕਿ ਇਸ ਕੇਸ ਵਿੱਚ ਸਭ ਤੋਂ ਛੋਟੀ ਪੋਸੀਬਲ ਵੇਵਲੈਂਥ ਕਿਹੜੀ ਹੈ ਜਿਸ ਨੂੰ ਸੈਟ ਕੀਤਾ ਜਾ ਸਕਦਾ ਹੈ। ਤਾਂ ਇਹ ਸਭ ਤੋਂ ਵੱਡੀ ਪੋਸੀਬਲ p ਵੈਲਿਊ ਲਈ ਹੋਵੇਗਾ ਅਤੇ ਇਸ ਕੇਸ ਵਿੱਚ ਸਭ ਤੋਂ ਵੱਡੀ ਪੋਸੀਬਲ p ਵੈਲਿਊ ਕੇਵਲ n plus 1 ਹੋਵੇਗੀ। ਇਸ ਤਰ੍ਹਾਂ ਇਹ ਸਭ ਤੋਂ ਛੋਟੀ ਵੇਵਲੈਂਥ ਪੋਸੀਬਲ ਹੈ ਅਤੇ ਇਹ ਸਭ ਤੋਂ ਲੰਬੀ ਵੇਵਲੈਂਥ ਪੋਸੀਬਲ ਹੈ। ਆਓ ਹੁਣ ਇਸ ਕੇਸ ਤੇ ਧਿਆਨ ਦੇਈਏ। ਪੁਸ਼ਟੀ ਕਰਨਾ ਆਸਾਨ ਹੈ ਕਿ sin k by 2 ਬਰਾਬਰ 1 ਹੈ ਅਤੇ ਅਜਿਹਾ ਇਸ ਲਈ ਹੈ ਕਿਉਂਕਿ k equal to ਪਾਈ ਹੈ। ਹੁਣ ਸਭ ਤੋਂ ਛੋਟੀ ਵੇਵਲੈਂਥ ਦੇ ਇਸ ਵਿਸ਼ੇਸ਼ ਕੇਸ ਲਈ, ਜਿੱਥੇ ਲੈਂਬਡਾ 2a ਦੇ ਬਰਾਬਰ ਹੈ, ਮੈਂ ਜਾਣਨਾ ਚਾਹੁੰਦਾ ਹਾਂ ਕਿ yr by yr plus 1 ਦਾ ਅਨੁਪਾਤ ਕੀ ਹੈ। yr by yr plus 1 ਉਸ ਇਕੁਏਸ਼ਨ ਤੋਂ ਜੋ ਅਸੀਂ ਪਹਿਲਾਂ ਲਿਖੀ ਸੀ, e ਪਾਵਰ i ਓਮੇਗਾ t ਕੈਂਸਲ ਹੋ ਜਾਵੇਗਾ। ਇਸ ਤਰ੍ਹਾਂ e ਪਾਵਰ ਮਾਈਨਸ k ra ਹੋਵੇਗਾ। ਇਸ ਲਈ yr 2yr plus 1 ਦਾ ਅਨੁਪਾਤ 1 by e ਪਾਵਰ i k ਹੋਵੇਗਾ ਅਤੇ ਅਸੀਂ ਜਾਣਦੇ ਹਾਂ ਕਿ k ਸਭ ਤੋਂ ਛੋਟੀ ਵੇਵਲੈਂਥ ਦੇ ਇਸ ਕੇਸ ਲਈ k equal to ਪਾਈ ਹੈ। ਤਾਂ ਜੇਕਰ ਮੈਂ ਇੱਥੇ ਇਸ ਵੈਲਿਊ ਨੂੰ ਜੋੜਦਾ ਹਾਂ ਤਾਂ ਮੈਨੂੰ e ਪਾਵਰ ਮਾਈਨਸ i ਪਾਈ ਮਿਲੇਗਾ ਜੋ ਕਿ -1 ਦੇ ਬਰਾਬਰ ਹੈ। ਇਸ ਲਈ ਇਹ ਮੈਨੂੰ ਦੱਸਦਾ ਹੈ ਕਿ ਨੇਬਰਿੰਗ ਐਟਮਸ ਦੇ ਡਿਸਪਲੇਸਮੈਂਟਸ ਲਾਰਜੈਸਟ ਮੋਡ ਦੇ ਲਈ ਸਾਈਨ ਇਨ ਦੇ ਓਪੋਜ਼ਿਟ ਹਨ। ਦੁਬਾਰਾ ਜੇ ਤੁਹਾਨੂੰ ਯਾਦ ਹੈ ਕਿ ਇਹ ਉਸ ਤਰ੍ਹਾਂ ਦਾ ਨਤੀਜਾ ਹੈ ਜੋ ਅਸੀਂ ਇੱਕ ਸਟ੍ਰਿੰਗ ਦੁਆਰਾ ਇਕੱਠੇ ਜੁੜੇ ਪਾਰਟੀਕਲਸ ਦੇ ਕੇਸ ਲਈ ਪ੍ਰਾਪਤ ਕੀਤਾ ਸੀ, ਇਹ ਬਿਲਕੁਲ ਉਹੀ ਨਤੀਜਾ ਹੈ ਕਿ ਲਾਰਜੈਸਟ ਮੋਡ ਪਾਈ ਦੇ ਇੱਕ ਫੇਜ਼ ਦੁਆਰਾ ਨੇਬਰਿੰਗ ਪਾਰਟੀਕਲਸ ਆਫ ਹੁੰਦੇ ਹਨ। ਹੁਣ ਅਸੀਂ ਨੋਰਮਲ ਮੋਡ ਫ੍ਰੀਕੁਐਂਸੀ ਲਈ ਆਪਣੀ ਇਕੁਏਸ਼ਨ ਤੇ ਵਾਪਸ ਜਾਂਦੇ ਹਾਂ। ਤਾਂ ਮੈਨੂੰ ਇਸ ਨੂੰ ਦੁਬਾਰਾ ਲਿਖਣ ਦਿਓ। ਹੁਣ ਅਸੀਂ ਲਿਮਿਟ ਨੂੰ ਕੰਸੀਡਰ ਕਰੀਏ। ਜਦੋਂ ਕਿ a by 2 ਸਮਾਲ ਹੁੰਦਾ ਹੈ,
ਜਾਂ ਜਦੋਂ ਕਿ ਅਸਲ ਵਿੱਚ ਸਮਾਲ ਹੁੰਦਾ ਹੈ, ਇਹ ਇੱਕ ਕੌਨਸਟੈਂਟ ਹੈ, ਤਾਂ ਉੱਥੇ ਕੇਵਲ ਇੱਕ ਵੇਰੀਏਬਲ k ਹੈ। ਅਤੇ ਆਓ ਲਿਮਿਟ k/2 ਟੈਂਡਸ ਟੂ 0 ਲੈਂਦੇ ਹਾਂ। ਉਸ ਕੇਸ ਵਿੱਚ ਇਹ ਲਿਮਿਟ ਨੋਰਮਲ ਮੋਡ ਫ੍ਰੀਕੁਐਂਸੀ 4t/ma ਹੋਵੇਗੀ। ਤਾਂ ਸਾਈਨ ਥੀਟਾ ਨੂੰ ਥੀਟਾ ਦੇ ਰੂਪ ਵਿੱਚ ਬਦਲਿਆ ਜਾ ਸਕਦਾ ਹੈ। ਥੀਟਾ ਦੀ ਲਿਮਿਟ ਬਹੁਤ ਛੋਟੀ ਹੈ, ਇਸ ਲਈ ਇਹ ਮੈਨੂੰ k² ਦੇਵੇਗਾ। ਤਾਂ ਓਮੇਗਾ ਸਕੁਏਅਰ t/ma ਇਨਟੂ k² ਹੋਵੇਗਾ। ਇਸ ਲਈ ਫਾਈਨਲ ਰਿਜ਼ਲਟ t/m ਇਨਟੂ k² ਇਨਟੂ a ਹੋਵੇਗਾ। ਇਹ ਲਿਮਿਟ ਵਿੱਚ ਫ੍ਰੀਕੁਐਂਸੀ ਹੋਵੇਗੀ ਜਦੋਂ ਕਿ a/2 ਕਾਫੀ ਛੋਟਾ ਹੁੰਦਾ ਹੈ। ਹੁਣ ਜਦੋਂ ਕਿ ਮੇਰੇ ਕੋਲ k/2 ਸਮਾਲ ਹੋਣ ਕਰਕੇ ਲਿਮਿਟ ਵਿੱਚ ਓਮੇਗਾ ਸਕੁਏਅਰ ਲਈ ਇਹ ਐਕਸਪ੍ਰੈਸ਼ਨ ਹੈ, ਮੈਂ ਹੁਣ ਫੇਜ਼ ਵੈਲੋਸਿਟੀ ਲਈ ਐਕਸਪ੍ਰੈਸ਼ਨ ਪ੍ਰਾਪਤ ਕਰ ਸਕਦਾ ਹਾਂ। ਜੇਕਰ ਸਾਨੂੰ ਯਾਦ ਹੈ ਕਿ c =ω/k ਹੈ, ਜਿੱਥੇ c ਫੇਜ਼ ਵੈਲੋਸਿਟੀ ਹੈ, ਤਾਂ ਜੇਕਰ ਮੈਂ ਇੱਥੇ ਆਪਣੇ ਐਕਸਪ੍ਰੈਸ਼ਨ ਤੇ ਵਾਪਸ ਜਾਂਦਾ ਹਾਂ ਤਾਂ ਮੈਂ ω²/k² ਦੇ ਲਈ ਇੱਕ ਐਕਸਪ੍ਰੈਸ਼ਨ ਲਿਖ ਸਕਦਾ ਹਾਂ। c² ω²/k² ਹੋਵੇਗਾ ਅਤੇ ਉਹ ta/m ਦੇ ਬਰਾਬਰ ਹੋਵੇਗਾ ਜੋ t/ρ ਦੇ ਬਰਾਬਰ ਹੋਵੇਗਾ। ਇਸ ਲਈ ਲਿਮਿਟ ਵਿੱਚ ਫੇਜ਼ ਵੈਲੋਸਿਟੀ ਜਦੋਂ k/2 ਸਮਾਲ ਹੁੰਦਾ ਹੈ, ਤਾਂ √t/ρ ਹੋਵੇਗੀ। ਹੁਣ ਦੂਜੇ ਕੇਸ ਵੱਲ ਜਾਂਦੇ ਹਾਂ ਜਦੋਂ ਕਿ a/2 ਅਸਲ ਵਿੱਚ ਸਮਾਲ ਨਹੀਂ ਹੁੰਦਾ ਹੈ, ਅਤੇ ਇਸ ਕੇਸ ਵਿੱਚ ਸਾਨੂੰ ਪੂਰੀ ਇਕੁਏਸ਼ਨ ਨਾਲ ਕੰਮ ਕਰਨਾ ਹੋਵੇਗਾ। ਮੇਰੇ ਕੋਲ ਮੇਰੀ ਯੂਜ਼ੁਅਲ ਨੋਰਮਲ ਮੋਡ ਫ੍ਰੀਕੁਐਂਸੀ ਹੋਵੇਗੀ ਜੋ ਕਿ 4t/ma ਇਨਟੂ ਸਾਈਨ ਸਕੁਏਅਰ k/2 ਹੈ। ਇਸ ਲਈ ਆਮ ਤੌਰ ਤੇ ਫੇਜ਼ ਵੈਲੋਸਿਟੀ c ω/k ਹੁੰਦੀ ਹੈ। ਆਉਣ ਵਾਲੇ ਦੀ ਉਮੀਦ ਵਿੱਚ ਮੈਂ ਇਸ ਨੂੰ k/2 ਨਾਲ ਡਿਵਾਈਡ ਕਰਦਾ ਹਾਂ ਅਤੇ k/2 ਨਾਲ ਮਲਟੀਪਲਾਈ ਵੀ ਕਰਦਾ ਹਾਂ। ਹੁਣ ਜੇਕਰ ਤੁਸੀਂ ਇਸ ਐਕਸਪ੍ਰੈਸ਼ਨ ਨੂੰ ਸਰਲ ਬਣਾਉਂਦੇ ਹੋ, ਤਾਂ ਮੈਂ ਹੇਠਾਂ ਦਿੱਤਾ ਨਤੀਜਾ ਪ੍ਰਾਪਤ ਕਰਨ ਜਾ ਰਿਹਾ ਹਾਂ। ਤਾਂ ਇੱਥੇ ਮੇਰੇ ਕੋਲ √t/ρ ਮਲਟੀਪਲਾਈਡ ਟੂ ਸਾਈਨ k/2 ਡਿਵਾਈਡਡ ਬਾਏ k/2 ਹੋਵੇਗਾ। ਤਾਂ ਮੈਂ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਨੂੰ c ਦੇ ਰੂਪ ਵਿੱਚ ਲਿਖ ਸਕਦਾ ਹਾਂ ਕਿ c ਸਮਾਲ k ਦੇ ਲਈ ਫੇਜ਼ ਵੈਲੋਸਿਟੀ ਹੈ। ਇਸ ਲਈ ਇਹ c ਇਨਟੂ ਸਾਈਨ k/2 ਡਿਵਾਈਡਡ ਬਾਏ k/2 ਹੋਵੇਗਾ। ਇਸ ਲਈ ਆਮ ਕੇਸ ਵਿੱਚ ਫੇਜ਼ ਵੈਲੋਸਿਟੀ ਜਿੱਥੇ k ਲਾਰਜ ਹੁੰਦਾ ਹੈ, k ਉੱਤੇ ਡਿਪੈਂਡ ਕਰਦੀ ਹੈ, ਜਿਸ ਦਾ ਮਤਲਬ ਕਿ ਲੈਂਬਡਾ ਉੱਤੇ ਡਿਪੈਂਡ ਹੁੰਦਾ ਹੈ, ਤਾਂ ਫੇਜ਼ ਵੈਲੋਸਿਟੀ ਅਸਲ ਵਿੱਚ ਲੈਂਬਡਾ ਉੱਤੇ ਡਿਪੈਂਡ ਹੁੰਦੀ ਹੈ। ਤਾਂ ਜਿਸ ਦਾ ਮਤਲਬ ਹੈ ਕਿ ਵੱਖ-ਵੱਖ ਵੇਵਲੈਂਥਸ ਵੱਖ-ਵੱਖ ਗਤੀਆਂ ਤੇ ਪ੍ਰਸਾਰਿਤ ਹੁੰਦੀਆਂ ਹਨ। ਤਾਂ ਤੁਸੀਂ ਇੱਕ ਫਿਨੋਮੇਨਨ ਹੁੰਦਾ ਹੋਇਆ ਦੇਖੋਗੇ ਜਿਸ ਨੂੰ ਡਿਸਪਰਸ਼ਨ ਕਿਹਾ ਜਾਂਦਾ ਹੈ। ਇਸ ਲਈ ਇਸ ਭਾਗ ਨੂੰ ਸੰਖੇਪ ਵਿੱਚ ਦੇਖੀਏ ਤਾਂ ਇਸ ਲਿਮਿਟ ਵਿੱਚ ਐਟੋਮਿਕ ਸਪੇਸਿੰਗ a ਫੇਜ਼ ਵੈਲੋਸਿਟੀ ਵਿੱਚ ਅੰਕਿਤ ਨਹੀਂ ਹੁੰਦੀ ਹੈ। ਇਸ ਤਰ੍ਹਾਂ ਇਸ ਲਿਮਿਟ ਵਿੱਚ ਇਹ ਮਾਇਨੇ ਨਹੀਂ ਰੱਖਦਾ ਕਿ ਤੁਹਾਡੀ ਐਟੋਮਿਕ ਸਪੇਸਿੰਗ ਕੀ ਹੈ, ਫੇਜ਼ ਵੈਲੋਸਿਟੀ ਉਸ ਕੁਆਂਟੀਟੀ ਤੋਂ ਸੁਤੰਤਰ ਹੈ। ਦੂਜੇ ਪਾਸੇ, ਜਦੋਂ ਲਾਰਜ k ਦੀ ਲਿਮਿਟ ਵਿੱਚ ਐਟਮਸ ਦੇ ਵਿਚਕਾਰ ਸਪੇਸਿੰਗ ਮਾਇਨੇ ਰੱਖਦੀ ਹੈ, ਅਜਿਹੇ ਕ੍ਰਿਸਟਲ ਵਿੱਚ ਸਥਾਪਿਤ ਸਟੈਂਡਿੰਗ ਵੇਵਜ਼, ਉਹਨਾਂ ਦੀ ਵੇਵਲੈਂਥ ਸਪੋਰਟਡ ਵੇਵਜ਼ ਦੀ ਫੇਜ਼ ਵੈਲੋਸਿਟੀ ਨੂੰ ਨਿਰਧਾਰਿਤ ਕਰਦੀ ਹੈ। ਇਸ ਲਈ ਇਸ ਲੈਸਨ ਦੇ ਨਾਲ ਮੈਂ ਇਸ ਮੋਡਿਊਲ ਨੂੰ ਸਮਾਪਤ ਕਰਦਾ ਹਾਂ ਅਤੇ ਅਗਲੇ ਮੋਡਿਊਲ ਵਿੱਚ ਅਸੀਂ ਕੁਝ ਹੋਰ ਪ੍ਰੋਬਲਮਸ ਕਰਾਂਗੇ।